ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਮੇਰਾ ਮੇਰ ਪਰਬਤ ਸੁਆਮੀ, ਓਟ ਗਈ ਮੈਂ ਤੇਰੀ। ਨਾ ਤਮੰਡਲੋ ਨਾ ਹਮ ਗਿਰਤੇ, रख लीती हर मेरे। ज्ञान ध्यान किछ कर्म न जाना, सार न जाना तेरी। सब ते बड़ा सतगुर नानक, जिन कल राखी मेरी। जेता समुंद सागर नीर भरिया, तिते अवगुण हमारे। दया करो किछ दिन रूपावो, डूबदे पत्थर तारे। आवो सिख सतगुर के प्यारियो, गावो सच्ची बाणी। बाणी लगावो गुरु केरी, बाणिया सिर बाणी। ज्ञान ध्यान किछ कर्म न जाना, नाहिन निर्मल करणी। साध संगत कह जल लावो, विखम न दीजै तरणी। निंदा भली किसे की नाही, मन मुख मुग्ध करंगा। मोकाले तिन निंदका, नरके घोर भवन। परम सत्कारयोग सतगुरां दी साजी निवाजी, गुरु प्यारी गुरु सवारी, सतगुरां दा खास रूप गुरु खालसा साध संगत जी। सब तो पहला फतेह ने साज भाजी, एक बारी सारे आखो जी वाहिगुरू जी का खालसा, वाहिगुरू जी की फतेह। सो आओ रल मिल के आपां जो अपना हफ्तावारी ये गुरबाणी विचार समागम होता है, आओ रल मिल के आपां गुरबाणी की सांझ पाइए। माड़िया कामां तो असीं बचीए ते गुरु दे नाल असीं अपना चित्त जोड़ के रखीए। जदों असीं गुरु की गल करांगे, गुरु की गल सुनांगे, गुरु की गल विचारांगे, साडा मन जिहड़ा है वो शांत रहिंदा है। ते जदों असीं गुरबाणी तो हट के गलत कामां च पै जांगे, साडा तन भी दुखी हो रहा है ते साडा मन भी दुखी हो रहा है। जदों असीं गुरु की ही गल करांगे, साडा मन वो टिका च रहिंदा है। ते जदों असीं लोकां दी निंदिया उधर ध्यान देवांगे, फिर साडा अंदर टिका नहीं रहता, वो हल जाता है। किसी की निंदिया करनी भी चंगी गल नहीं है। सच नूं सच कह देना वो वधिया। निंदा भले किसे की नाही, मन मुख मुग्ध करन। मुंह काले तिन्हां निंदकां, नरके घोर भवन। निंदा भली किसे की नाही, कहते निंदिया किसे दी भी करो वो चंगी गल नहीं है। निंदिया करता कौन?
ਗੁਰੂ ਸਾਹਿਬ ਕਹਿੰਦੇ ਮਨ ਮੁਖ ਮੁਗਧ ਕਰ, ਜਿਹੜੇ ਗੁਰੂ ਨਾਲ ਟੁੱਟੇ ਹੋਏ ਇਨਸਾਨ ਨੇ ਜਾਂ ਜਿਹੜੇ ਮੂਰਖ ਇਨਸਾਨ ਨੇ। ਹੁਣ ਮੂਰਖ ਇਨਸਾਨ ਕੀ ਹੁੰਦੇ, ਅਸੀਂ ਤੇ ਸਮਝਦੇ ਹਾਂ ਵੀ ਜਿਹਨੂੰ ਦਿਮਾਗ ਘੱਟ ਕੰਮ ਕਰਦਾ, ਜਿਸ ਇਨਸਾਨ ਦਾ, ਜਿਸ ਬੰਦੇ ਦਾ, ਅਸੀਂ ਉਹਨੂੰ ਮੂਰਖ ਸਮਝਦੇ ਹਾਂ। ਪਰ ਗੁਰੂ ਸਾਹਿਬ ਨੇ ਕਿਹਾ ਭਾਈ ਉਹ ਮੂਰਖ ਨਹੀਂ ਹੁੰਦਾ। ਮੂਰਖ ਕੌਣ ਹੁੰਦਾ? ਗੁਰੂ ਸਾਹਿਬ ਨੇ ਕਿਹਾ ਮੂਰਖਾਂ ਸਿਰ ਮੂਰਖ ਹੈ, ਜੇ ਮੰਨੈ ਨਾਹੀ ਨਾਉ। ਕਹਿੰਦੇ ਜਿਹੜਾ ਇਨਸਾਨ ਉਸ ਮਾਲਕ ਦੀ ਗੱਲ ਨਹੀਂ ਕਰਦਾ, ਉਸ ਅਕਾਲ ਪੁਰਖ ਵਾਹਿਗੁਰੂ ਦੇ ਭੈ ਚ ਨਹੀਂ ਚੱਲਦਾ, ਡਰ ਚ ਨਹੀਂ ਚੱਲਦਾ, ਕਹਿੰਦੇ ਉਹ ਮੂਰਖ ਇਨਸਾਨ ਹੈ। ਉਹ ਮੂਰਖ ਇਨਸਾਨ ਮਨ ਮੁਖ ਮੁਗਧ ਕਰਨ, ਮੋਹ ਕਾਲੇ ਤਿੰਨਾਂ ਨੇ ਅੰਦਰ ਕਰ। ਕਹਿੰਦੇ ਉਹਨਾਂ ਦੇ ਤੇ ਮੂੰਹ ਕਾਲੇ ਹੁੰਦੇ ਆ। ਨਰਕੇ ਘੋਰ ਭਵਨ, ਕਹਿੰਦੇ ਉਹ ਨਰਕਾਂ 'ਚ ਸੁੱਟੇ ਜਾਂਦੇ ਆ, ਮਰਨ ਤੋਂ ਬਾਅਦ ਨਹੀਂ ਭਾਈ। ਜਿਉਂਦਿਆਂ ਜਿਉਂਦਿਆਂ ਲੋਕ ਉਹਨਾਂ ਨੂੰ ਤਿਰਕਾਰਾਂ ਪਾਉਂਦੇ ਨੇ। ਜਿਹੜਾ ਇਨਸਾਨ ਕਿਸੇ ਦੀ ਨਿੰਦਿਆ ਕਰਦਾ ਹੈ, ਜਦੋਂ ਉਹਨੂੰ ਤਿਰਕਾਰਾਂ ਪੈਂਦੀਆਂ ਨੇ, ਉਹਦੇ ਭਾਰਤ ਤੇ ਨਰਕ ਹੈ। ਤੇ ਅਸੀਂ ਗੱਲਾਂ ਵੱਡੀਆਂ ਵੱਡੀਆਂ ਕਰਦੇ ਹਾਂ, ਉਨੀ ਹੀ ਇਨਸਾਨ ਨੂੰ ਗੱਲ ਕਰਨੀ ਚਾਹੀਦੀ ਹੈ ਜਿੰਨੀ ਵਜਨ ਹੋਵੇ, ਜਿੰਨੀ ਕੁ ਵਜਨ ਹੋਦਾਰ ਗੱਲ ਹੋਵੇ ਨਾ, ਉਨੀ ਹੀ ਕਰਨੀ ਚਾਹੀਦੀ ਹੈ। ਅਸੀਂ ਨਿੰਦਿਆ ਵੱਡਿਆਂ ਵੱਡਿਆਂ ਦੀ ਕਰ ਦਿੰਦੇ ਹਾਂ, ਅਸੀਂ ਨਿੰਦਿਆ ਵੱਡਿਆਂ ਵੱਡਿਆਂ ਦੀ ਕਰ ਦਿੰਦੇ ਹਾਂ, ਗੱਲਾਂ ਬਹੁਤ ਮਾਰਦੇ ਹਾਂ। ਗੱਲਾਂ ਦੇ ਨਾਲ ਹੀ ਭਾਈ ਸਾਨੂੰ ਗੁਰਬਾਣੀ ਦੇ ਨਾਲ ਜੁੜਨਾ ਪੈਣਾ। ਜਦੋਂ ਅਸੀਂ ਗੁਰੂ ਦੇ ਨਾਲ ਜੁੜ ਜਾਵਾਂਗੇ, ਫਿਰ ਸਾਡੇ ਅੰਦਰੋਂ ਈਰਖਾ ਖਤਮ ਹੋ ਜਾਣੀ, ਸਾਡੇ ਅੰਦਰੋਂ ਸੜਨ ਖਤਮ ਹੋ ਜਾਣੀ ਹੈ ਜਦੋਂ ਅਸੀਂ ਗੁਰੂ ਦੇ ਨਾਲ ਆਪਣਾ ਚਿੱਤ ਜੋੜਦਾ। ਪਰ ਅਸੀਂ ਚਿੱਤ ਜੋੜਿਆ ਹੀ ਨਹੀਂ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਜਸ ਸੁਣ ਹੈ ਨਾ ਹਰ ਗੁਣ ਗਾਵੇ। ਅਸੀਂ ਇਸ ਤਰ੍ਹਾਂ ਦੇ ਬਣ ਗਏ, ਭਗਤ ਕਬੀਰ ਸਾਹਿਬ ਜੀਆਂ ਦਾ ਬਚਨ ਹੈ, ਹਰ ਜਸ ਸੁਣ ਹੈ ਨਾ ਹਰ ਗੁਣ ਗਾਵੇ। ਨਾ ਅਸੀਂ ਗੁਰੂ ਦੀ ਗੱਲ ਸੁਣਦੇ ਹਾਂ, ਨਾ ਅਸੀਂ ਗੁਰੂ ਦੀ ਗੱਲ ਨੂੰ ਗਾਉਂਦੇ ਹਾਂ, ਨਾ ਅਸੀਂ ਗੁਰੂ ਤੋਂ ਗੁਣ ਗ੍ਰਹਿਣ ਕਰਦੇ ਹਾਂ, ਨਾ ਅਸੀਂ ਗੁਣਾਂ ਵਾਲਿਆਂ ਦੇ ਕੋਲ ਬੈਠਦੇ ਹਾਂ। ਹਰ ਜਸ ਸੁਣ ਹੈ ਨਾ ਹਰ ਗੁਣ ਗਾਵੇ। ਉਹ ਮਾਲਕ ਦੇ ਗੁਣਾਂ ਨੂੰ ਅਸੀਂ ਗਾਇਆ ਹੀ ਨਹੀਂ। ਉਹਦੇ ਚ ਗੁਣ ਬਹੁਤ ਨੇ ਭਾਈ, ਉਹਦੇ ਗੁਣਾਂ ਨੂੰ ਗਾਈਏ, ਇੱਕ ਇੱਕ ਕਰਕੇ ਗਾਉਂਦੇ ਰਹੀਏ। ਪਰ ਸਾਡੇ ਚ ਤੇ ਔਗਣ ਬਹੁਤ, ਅਸੀਂ ਤੇ ਔਗਣਾਂ ਦੇ ਭਰੇ ਪਏ ਹਾਂ। ਗੁਰੂ ਦੇ ਵਿੱਚ ਗੁਣ ਬਹੁਤ ਨੇ, ਉਹਦਾ ਇੱਕ ਗੁਣ ਗਾ ਲਈਏ, ਇੱਕ ਗੁਣ ਗਾਉਣ ਦੇ ਨਾਲ ਹੀ ਸਾਡਾ ਅੰਦਰ ਟਿਕ ਜਾਣਾ ਹੈ, ਇੱਕ ਗੁਣ ਦੇ ਨਾਲ। ਪਰ ਅਸੀਂ ਗਾਏ ਨਹੀਂ ਕਦੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ। ਸਾਡੇ ਤੋਂ ਇੰਨੇ ਔਗਣ ਨੇ, ਅਸੀਂ ਔਗਣਾਂ ਵਾਲਿਆਂ ਕੋਲ ਨਹੀਂ ਜਾ ਕੇ ਬੈਠ ਜਾਂਦੇ। ਪਰ ਗੁਰੂ ਦੇ ਵਿੱਚ ਤੇ ਗੁਣ ਬਹੁਤ ਨੇ। ਤੇਰੇ ਕਬਨ ਕਬਨ ਗੁਣ ਕਹਿ ਕਹਿ ਗਾਵਾਂ,
तू साहिब गुणी निधाना, तुमरी महिमा वर्ण न सको, तू ठाकुर ऊंच भगवाना। सच्चे पातशाह जी तेरे च इन्ने गुण ने, पर गुरु साहब भगत कबीर साहब कहते ਉਹ ਗੁਣਾਂ ਨੂੰ ਗਾਇਆ ਕਰ। ਅਸੀਂ ਜਦੋਂ ਗੁਣ ਗਾਉਂਦੇ ਨਹੀਂ ਫਿਰ ਸਾਡੇ ਅੰਦਰ ਵਿਕਾਰ ਪੈਦਾ ਹੁੰਦਾ, ਪਰ ਅਸੀਂ ਗੁਣ ਨੂੰ ਗਾਇਆ ਨਹੀਂ, ਗੁਰੂ ਨੂੰ ਅਸੀਂ ਨੇ ਸਮਝਿਆ ਨਹੀਂ, ਪਰ ਅਸੀਂ ਗੱਲਾਂ ਮਾਰੀ ਗਏ ਆ ਘਰ ਬੈਠੇ। ਬਾਤਨ ਹੀ ਅਸਮਾਨ ਗਿਰਾਵੇ, ਇਸ ਤਰ੍ਹਾਂ ਦੇ ਲੋਕ ਵੇਖੇ ਐ, ਗੱਲਾਂ ਵੱਡੀਆਂ ਵੱਡੀਆਂ ਕਰਦੇ ਐ, ਅਸਮਾਨ ਨੂੰ ਗਿਰਾਉਣ ਦੀਆਂ ਗੱਲਾਂ ਨਹੀਂ ਕਰਦੇ। ਬਾਤਨ ਹੀ ਅਸਮਾਨ ਗਿਰਾਵੇ, ਨਾ ਉਹਦੇ ਗੁਣਾਂ ਨੂੰ ਗਾਇਆ, ਨਾ ਗੁਰੂ ਸਾਹਿਬ ਨੂੰ ਮਹਿਸੂਸ ਕੀਤਾ, ਬਸ ਗੱਲਾਂ ਵੱਡੀਆਂ ਵੱਡੀਆਂ। ਪਰ ਗੱਲਾਂ ਦੇ ਨਾਲ ਤੇ ਕੁਛ ਬਣਿਆ ਨਹੀਂ ਨਾ ਕਰਦਾ, ਸਾਨੂੰ ਚੱਲਣਾ ਪੈਣਾ, ਚੱਲਣਾ ਪੈਣਾ, ਉੱਦਮ ਕਰਨਾ ਪੈਣਾ, ਮਿਹਨਤ ਕਰਨੀ ਪੈਣੀ। ਹੁਣ ਥਾਲ ਦੇ ਵਿੱਚ ਪ੍ਰਸ਼ਾਦਾ ਪਰੋਸ ਕੇ ਰੱਖ ਲਿਆ, ਥਾਲ ਦੇ ਵਿੱਚ ਪ੍ਰਸ਼ਾਦਾ ਪਰੋਸ ਕੇ ਰੱਖ ਲਿਆ ਸੀ, ਪਰ ਜੇ ਅਸੀਂ ਉੱਦਮ ਨਹੀਂ ਕਰਾਂਗੇ, ਜੇ ਅਸੀਂ ਉੱਦਮ ਨਹੀਂ ਕਰਾਂਗੇ ਤਾਂ ਉਹ ਥਾਲੀ ਦੇ ਵਿੱਚੋਂ ਸਾਡੇ ਮੂੰਹ 'ਚ ਥੋੜਾ ਪੈ ਜਾਣਾ। ਉੱਦਮ ਤੇ ਕਰਨਾ ਪੈਣਾ, ਜੇ ਉੱਦਮ ਨਹੀਂ ਕਰਾਂਗੇ ਤਾਂ ਪ੍ਰਸ਼ਾਦਾ ਵੀ ਉੱਥੇ ਪਿਆ ਰਹਿਣਾ। ਗੱਲਾਂ ਦੇ ਨਾਲ ਅਸੀਂ ਅਸਮਾਨ ਨੂੰ ਡੇਗਣ ਦੀਆਂ ਕਰਦੇ ਹਾਂ, ਗੱਲਾਂ ਤੇ ਅਸਮਾਨ ਨੂੰ ਡੇਗਣ ਦੀਆਂ ਕਰਦੇ ਹਾਂ, ਪਰ ਗੱਲਾਂ ਦੇ ਨਾਲ ਨਹੀਂ ਭਾਈ, ਚੱਲਣਾ ਪੈਣਾ, ਚੱਲਣਾ ਪੈਣਾ। ਭਾਈ ਗੁਰਦਾਸ ਸਾਹਿਬ ਕਹਿੰਦੇ ਜੇ ਚੱਲੇਗਾ ਨਹੀਂ ਫਿਰ ਮੰਜ਼ਿਲ ਨਹੀਂ ਮਿਲਣੀ। ਮੰਜ਼ਿਲ ਨੂੰ ਪਾਉਣ ਵਾਸਤੇ ਸਾਨੂੰ ਕਦਮ ਪੁੱਟਣੇ ਪੈਣੇ, ਜੇ ਕਦਮ ਨਹੀਂ ਪੁੱਟਾਂਗੇ ਬ੍ਰੇਕ ਲੱਗ ਜਾਵੇ। ਪੁੱਛਤ ਪਥਕ ਤੈ ਮਾਰਗ ਨਾ ਧਾਰੈ ਪੱਕ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਏ। ਭਾਈ ਗੁਰਦਾਸ ਸਾਹਿਬ ਕਹਿੰਦੇ ਪੁੱਛੀ ਚੱਲ ਵੀ ਮੈਂ ਸਮਾਣੇ ਜਾਣਾ, ਪੁੱਛੀ ਚੱਲ ਲੋਕਾਂ ਨੂੰ, ਬੱਸ ਅੱਡੇ ਤੇ ਖੜ ਕੇ ਮੈਂ ਪਤੜਾ ਜਾਣਾ, ਪੁੱਛੀ ਚੱਲ। ਕਹਿੰਦੇ ਸ਼ਾਮ ਤੱਕ ਪੁੱਛਦਾ ਰਹੀ, ਸ਼ਾਮ ਤੱਕ ਪੁੱਛਦਾ ਰਹੀ, ਜਿਹੜੇ ਸ਼ਹਿਰ ਨੂੰ ਪੁੱਛਦਾ ਹੈ ਉਹ ਸ਼ਹਿਰ ਪਹੁੰਚ ਨਹੀਂ ਜਾਏਗਾ। ਗੱਲਾਂ ਕਿਉਂਕਿ ਗੱਲਾਂ ਹੀ ਕੱਟੀਆਂ ਨੇ ਨਾ, ਮੈਂ ਸਮਾਣੇ ਜਾਣਾ ਬਈ ਕਹਿੰਦਾ ਰਿਹਾ ਸਾਰਾ ਦਿਨ, ਪਰ ਏਦਾਂ ਕਿ ਉੱਦਮ ਕਰਨਾ ਪੈਣਾ, ਚੱਲਣਾ ਪੈਣਾ, ਕੋਈ ਸਾਧਨ ਲੈਣਾ ਪੈਣਾ। ਪੁੱਛਤ ਪਥਕ ਤੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਏ। ਪੁੱਛਤ ਸੁਹਾਗਣ ਕਰਮ ਹੈ ਦੁਹਾਗਣ, ਹਿਰਦੈ ਵਿਚਾਰ ਕਤ ਸੇਜਾ ਬੁਲਾਈ। ਕਹਿੰਦੇ ਜੇ ਸਾਡਾ ਜੀਵਨ ਵਧੀਆ ਨਾ, ਜੇ ਸਾਡਾ ਜੀਵਨ ਵਧੀਆ ਤਾਂ ਸਤਿਕਾਰ ਹੋਣਾ। ਜੇ ਅਸੀਂ ਨੇ ਆਪਣੇ ਜੀਵਨ ਨੂੰ ਕਲੰਕਿਤ ਕਰ ਲਿਆ ਫਿਰ ਸਤਿਕਾਰ ਥੋੜਾ ਹੋਣਾ, ਫਿਰ ਨਹੀਂ ਹੋਣਾ। ਪੁੱਛਤ ਸੁਹਾਗਣ ਕਰਮ ਹੈ ਦੁਹਾਗਣ। ਹਾਰ ਸ਼ਿੰਗਾਰ ਤੇ ਬਥੇਰਾ ਕਰ ਲਿਆ, ਪਰ ਮਨ ਵਿਕਾਰ ਨਾਲ ਭਰਿਆ ਪਿਆ, ਸਤਿਕਾਰ ਫਿਰ ਕਿਵੇਂ ਹੋਵੇ। ਪੁੱਛਤ ਹੈ ਵੈਦ ਖਾਤ ਔਖਦ ਨ ਸੰਜਮ ਸੇ,
कैसे मिटया रोग सुख सहज सभाइए। कहते जे सानू कोई प्रॉब्लम होगी, कोई तकलीफ होगी, जे असी दवाई लिया के उन्होंने संजम नाल तरीके दे नाल नहीं खावांगे, रोग थोड़ा ठीक होगा। जे असी कल्ला गल्लां च रह गए ना, फिर तो किसी पासे नहीं जा सकांगे, फिर तो किसी पासे भी जा नहीं सकांगे। बातन ही आसमान गिरावे गल्लां दे नाल आसमान को डिगण दियां। सानू कोई भी काम करना है, उद्यम करना है, मेहनत करनी है। जे मेहनत नहीं करांगे फिर ते रुक गए एक थां ते रुक गए। ऐसे लोगन स्यों क्या कहिए। इस तरह के लोगों वास्ते गुरु साहब कहते फिर की कहिए भाई, जेड़े निरीਆਂ गल्लां मारदे उन्हां वास्ते फिर की कहिए। वेद कतेब जितरा भाई दिल का फिक्र ना जाए, टुक दम करारी जाओ करो हाजिर हजूर खुदाई। जेड़े धार्मिक ग्रंथ होंदे है ना, इन्हां दे विचों असीं ज्ञान लेना हुंदा, ना कि पढ़ के असीं लोकां नूं लुटना हुंदा। असीं अपने मन के वहम भी दूर करने होंदे ने। गुरु साहब कहते वेद कतेब बतरा भाई दिल का फिक्र ना जाए। कहते तेरे अपने मन का तो वहम नहीं दूर होया, वेदां नूं पढ़ के ग्रंथां नूं पढ़ के ते दूजियां नूं सिੱਖਿਆ दिंदियां सी। ऐदां ते गल नहीं ना बननी। असीं गुरु साहब दे नाल जुड़ीए, गुरु साहब तो सिੱਖਿਆ लईए, ਉਹਦੇ ਤੇ ਅਮਲ ਕਰੀਏ। ਜਿੰਨਾ ਚਿਰ ਅਸੀਂ ਅਮਲੇ ਨਹੀਂ ਕਰਦੇ ਉਹਨਾਂ ਚਿਰ ਫਾਇਦਾ ਕੀ ਹੈ। ਜੇ ਅਸੀਂ ਆਪਣਾ ਕੰਮਕਾਰ ਛੱਡ ਕੇ ਗੁਰਦੁਆਰਾ ਸਾਹਿਬ ਆਏ ਆ ਤਾਂ ਗੁਰੂ ਸਾਹਿਬ ਦੇ ਬਚਨਾਂ ਨੂੰ ਮੰਨੀਏ ਤੇ ਸਹੀ, ਆਪਣੇ ਹਿਰਦੇ 'ਚ ਵਸਾਈਏ ਤੇ ਸਹੀ, ਆਪਣੇ ਹਿਰਦੇ 'ਚ ਵਸਾਈਏ ਤੇ ਸਹੀ। ऐसे लोगों से क्या कहिए। कहते इस तरह के लोगों को की कहिए भाई, जो प्रभ किए भगत के बाहर तिन ते सदा डराने रही है। हुण गुरु साहब ने कहा, भगत कबीर साहब जी कहते हैं, कहते जेड़े इंसान रब नालों टुटे हुए ने, ਜਿਹੜੇ ਸਾਖਤ ਪੁਰਸ਼ ਨੇ, ਉਹਨਾਂ ਤੋਂ ਕਹਿੰਦੇ ਡਰ ਕੇ ਰਿਹਾ ਕਰੋ, ਉਹਨਾਂ ਦੇ ਨਾਲ ਦੋਸਤੀ ਨਾ ਕਰ ਲਿਓ ਜਿਹੜੇ ਰੱਬ ਨਾਲੋਂ ਟੁੱਟੇ ਹੋਏ, ਜਿਹੜੇ ਨਸ਼ਿਆਂ 'ਚ ਖੱਚਤ ਨੇ, ਜਿਹੜੇ ਮਾੜਿਆਂ ਕੰਮਾਂ 'ਚ ਖੱਚਤ ਨੇ। ਤੇ ਭਗਤ ਕਬੀਰ ਸਾਹਿਬ ਕਹਿੰਦੇ ਉਹਨਾਂ ਦੇ ਨਾਲ ਦੋਸਤੀ ਨਾ ਕਰੋ, खत्म हो जू तेरा सारा कुछ। उन्होंने ऐसा प्रभाव पाना तेरे पे, तेरे जीवन को भी खराब कर देना। जो प्रभ किए भगत के बाहर, जेड़े तेरी भगती तो बांझे, जेड़े तेरे तो बांझे ने, तिन ते सदा डराने रही है। कहते उन्हां तो हमेशा ही डर के रहा करो भाई। कहते वो खराब कर देंगे ने काम। कहते जी किवें कर देंगे है। ते भगत कबीर साहब जी के बचन ने, कबीर साकत संग ना की है, केले निकट ज्यों बेर, वो झूला वो चीरी है, साकत संग ना हेर।
कहते इस तरह लीर लीर कर देंगे। किस तरह जी? कहते एक केले का बूटा उगया, केला सोहने सोहने पत्ते कट रहे हैं, ਉਹਦੇ ਨਾਲ लगती एक बेरी भी उग गई। केले ने सोहने सोहने पत्ते कटे ते बेरी ने अपने सोहने सोहने कंडे कटे। हवा चली, वो जिहड़ा केला सी वो भी लहरा रहा, जिहड़ी बेरी सी वो भी लहरा रही। जदों हवा इधरले पासे होती है उदों बेरी उहदे उपरों दी जाके उहदे पत्तियां नूं पाड़ दिंदी है, लीर लीर कर। जदों हवा इधरले पासे होती है उदों केले के पत्ते उहदे ते डिगदे ने, जदों वापस मुड़दे हैं उदों भी लीर लीर कर दिंदे। कबीर साकत संग न कीती है, केला निकट ज्यों बेर वो झूला वो चीरी है, साकत संग न हेर। कहते इस तरह तेरे जीवन नूं भी लीर लीर कर देना हुंदा। साकत पुरुषां ने जिहड़े रब नालों टुटे होए। कबीर साकत संग न कीती है, दूर है जाइए भाग, बासन कारो परसी है, तो कछ लागे दाग। कहते जे किते साकत पुरुष मिलता है ना, रब नालों टुटिया होया मनुख मिलता है, उहदे तो कहते दूर हो के चले हो। क्यों जी? कहते जिस तरह काले रंग का बर्तन होवे ना, काले रंग का भांडा, जे तुसी उहदे कोल दी लंघोगे, चिट्टे कपड़े पाए हुए ने, कहते वो चिट्टे कपड़ियां ते उहदा दाग लगे जाता है। कबीर साकत संग न कीती है, दूर है जाइए भाग, बासन कारो परसी है, तो कछ लागे दाग। कहते दाग लग जाए। जे तुसी दागी बंदियां कोल बैठोगे कहते दाग लग जाना है, दाग लग जाना। बचो भाई, भगत कबीर साहब के बचो कहे आप न दे चूरू भर पानी। कहते इस तरह के लोग आप ते किसी को एक घुट पानी नहीं पिला सकते, एक घुट। निंदे जे गंगा आनी, कहते जिन्हों ने गंगा बहाती ना, गंगा उन्होंने बंदियां को भी निंदिया निंदिया करते, उन्होंने भी निंदिया चंगी नहीं होती किसी की भी। अच्छा सच कह देना वो निंदिया नहीं। असी कई बार सच में भी निंदिया कह देंगे, इतों कई बार कह देंगे ना भी जेड़े बाबे दे मगर मगर फिरते सी उत्ते अज माड़िया कामां च खच्चत हो गए, तुहानूं भी नाल ही लग पिया। कहते ये भी निंदिया, एक आदि निंदे तो सच है, सच थोड़ा निंदिया। जे गुलाब का पेड़ा घर लाया है ना, गुलाब का बूटा साडे घर लगे है, ਉਹਦੇ ਤੇ ਕੰਡੇ ਵੀ ਨੇ ਤੇ ਉਹਦੇ ਤੇ ਫੁੱਲ ਵੀ ਨੇ। ਜੇ ਫੁੱਲ ਨੂੰ ਕੰਡਾ ਕਹੀ ਲਈਏ ਤੇ ਕੰਡੇ ਨੂੰ ਫੁੱਲ ਕਹੀ ਲਈਏ, ਫੁੱਲ ਦੀ ਨਿੰਦਿਆ ਨਹੀਂ। ਜੇ ਫੁੱਲ ਨੂੰ ਫੁੱਲ ਕਵਾਂਗੇ ਫਿਰ ਕਾਹਦੀ ਨਿੰਦਿਆ।
ਜੇ ਘੋੜੇ ਨੂੰ ਗਧਾ ਕਿਉਂ ਲਵਾਂਗੇ? ਫਿਰ ਤੇ ਨਿੰਦਿਆ ਨਾ ਘੋੜੇ ਨੂੰ, ਇਹ ਤੇ ਗਧਾ ਹੈ। ਜੇ ਘੋੜਾ ਕਵਾਂਗੇ ਫਿਰ ਥੋੜਾ ਨਿੰਦਿਆ ਹੋਵੇ। ਜੋ ਸੱਚ ਹੈ ਉਹ ਨਿੰਦਿਆ ਨਹੀਂ ਹੁੰਦੀ। ਨਿੰਦਿਆ ਹੁੰਦੀ ਹੈ ਵੀ ਜਿਹੜੀ ਗੱਲ ਹੈ ਨਹੀਂ ਅਸੀਂ ਉਹੀ ਬਣਾ ਕੇ ਰੌਲਾ ਪਾਉਂਦੇ, ਜਾਂ ਕਿਸੇ ਦਾ ਕੋਈ ਪਰਸਨਲ ਘਰ ਦਾ ਕੋਈ ਕੰਮ ਹੈ, ਮੈਟਰ ਹੈ, ਅਸੀਂ ਉਹ ਲੋਕਾਂ ਚ ਉਹੀ ਪ੍ਰਚਾਰ ਦੇ ਕਰੀਏ, ਨਿੰਦਿਆ ਕਰਦੇ ਕਰੀਏ, ਉਹ ਮਾੜਾ ਹੈ। ਫੁੱਲ ਨੂੰ ਫੁੱਲ ਕਹਿ ਦੇਣਾ ਇਹ ਨਿੰਦਿਆ ਥੋੜੀ ਹੈ। ਹੁਣ ਕਈ ਲੋਕ ਐਸੇ ਨੇ ਜਿਹੜੇ ਖਾਲਸਾ ਏਡ ਦੇ ਭਾਈ ਰਵੀ ਸਿੰਘ ਨੇ, ਉਹ ਜਿੱਥੇ ਵੀ ਕੋਈ ਕੁਦਰਤੀ ਆਫਤ ਜਿਹਦੇ ਵਿੱਚ ਵੱਡੇ ਵੱਡੇ ਨੁਕਸਾਨ ਹੁੰਦੇ ਨੇ, ਉਹ ਉੱਥੇ ਜਾ ਕੇ ਵੀ ਸੇਵਾ ਕਰਦੇ ਨੇ, ਚਾਹੇ ਉਹ ਕਿਹੜਾ ਮਰਜ਼ੀ ਦੇਸ਼ ਹੋਵੇ। ਕੱਲੇ ਪੰਜਾਬ ਦੀ ਗੱਲ ਨਹੀਂ, ਕੱਲੇ ਹਿੰਦੁਸਤਾਨ ਦੀ ਗੱਲ ਨਹੀਂ, ਜਿਹੜਾ ਮਰਜ਼ੀ ਦੇਸ਼ ਹੋਵੇ ਉੱਥੇ ਜਾ ਕੇ ਉਹ ਸੇਵਾ ਕਰਦੇ ਨੇ। ਪਰ ਅਸੀਂ ਆਪ ਨਾ ਦੇ ਚੂਰੂ ਪਰ ਪਾਣੀ ਤੇ ਨਿੰਦਾ ਜੇ ਗੰਗਾ ਆਣੀ, ਜਿਨ੍ਹਾਂ ਨੇ ਗੰਗਾ ਹੀ ਬਹਾਤੀ ਅਸੀਂ ਉਹਨਾਂ ਦੀ ਵੀ ਨਿੰਦਿਆ ਕਰਦੇ। ਅਸੀਂ ਉਹਨਾਂ ਨੂੰ ਵੀ ਭਾਈ ਰਵੀ ਸਿੰਘ ਵਰਗਿਆਂ ਨੂੰ ਵੀ ਅਸੀਂ ਨੇ ਨਿੰਦਿਆ। ਅਸੀਂ ਨਿੰਦਣ ਵਾਲੇ ਹਾਂ, ਅਸੀਂ ਲੱਤਾਂ ਖਿੱਚਣ ਵਾਲੇ ਹਾਂ, ਚੱਲਣ ਵਾਲਿਆਂ ਨੂੰ ਉਤਸ਼ਾਹਿਤ ਕਰਨ ਵਾਲਿਆਂ ਨਹੀਂ ਹੈ। ਅਸੀਂ ਉਤਸ਼ਾਹ ਕਰਨ ਵਾਲਿਆਂ ਨਹੀਂ, ਅਸੀਂ ਤੇ ਲੱਤਾਂ ਖਿੱਚਣ ਵਾਲੇ ਹਾਂ ਵੀ ਤੂੰ ਕਿਉਂ ਚੱਲਿਆ। ਜੇ ਕੋਈ ਵਧੀਆ ਕੰਮ ਕਰਦਾ ਹੈ ਉਹਨੂੰ ਹੌਸਲਾ ਦਿਓ, ਜੇ ਕੋਈ ਮਾੜਾ ਕੰਮ ਕਰਦਾ ਉਹਨੂੰ ਕਹਿ ਦਿਓ ਭਾਈ ਇਹ ਮਾੜਾ, ਪਰ ਉਹਦੇ ਨਾਲ ਜੇ ਦੋਸਤੀ ਪਾ ਲਈ ਤੈਨੂੰ ਵੀ ਤਬਾਹ ਕਰ, ਤੈਨੂੰ ਵੀ ਤਬਾਹ ਕਰ। ਬੈਠਕ ਉੱਠਕ ਕੁੱਟਲ ਤਾਂ ਚੱਲਦਾ ਹੈ। ਜਿਹੜੇ ਰੱਬ ਨਾਲ ਟੁੱਟ ਜਾਂਦੇ ਆ ਨਾ, ਉਹਨਾਂ ਦੀਆਂ ਚਾਲਾਂ ਵੀ ਟੇਢੀਆਂ, ਉਹਨਾਂ ਦੀਆਂ ਚਾਲਾਂ ਵੀ ਟੇਢੀਆਂ ਹੀ ਹੁੰਦੀਆਂ ਨੇ, ਉੱਚੀਆਂ ਹੀ ਹਰਕਤਾਂ ਕਰਨੀਆਂ ਨੇ ਉਹਨਾਂ ਨੇ, ਜਿਹੜੇ ਰੱਬ ਨਾਲੋਂ ਟੁੱਟ ਜਾਂਦੇ ਆ। ਉਠਕ ਬੈਠਕ ਕੁੱਟਣ ਦਾ ਚੱਲ ਰਿਹਾ। ਕਹਿੰਦੇ ਉਹ ਉੱਠਦੇ ਆ ਵੀ ਬਹਿੰਦੇ ਆ ਵੀ ਆਪਣੇ ਦਿਮਾਗ ਵਿੱਚ ਟੇਢੀਆਂ ਗੱਲਾਂ ਸੋਚਣੀਆਂ ਨੇ, ਚੰਗੀ ਗੱਲ ਨਹੀਂ ਕੋਈ ਸੋਚਣੀ ਹੈ। ਚੰਗੀ ਗੱਲ ਨਹੀਂ ਸੋਚਣੀ, ਅਸੀਂ ਚੰਗਾ ਚੰਗਾ ਸੋਚੀਏ, ਚੰਗਾ ਚੰਗਾ ਕਰੀਏ, ਮਾੜਿਆਂ ਕੰਮਾਂ ਤੋਂ ਦੂਰ ਰਹੀਏ, ਚੰਗਾ ਚੰਗਾ ਸੋਚੀਏ। ਜਦੋਂ ਅਸੀਂ ਚੰਗਾ ਚੰਗਾ ਸੋਚਾਂਗੇ ਨਾ ਤਾਂ ਮਨ ਨੂੰ ਸ਼ਾਂਤੀ ਮਿਲਦੀ ਹੈ, ਸ਼ਾਂਤੀ। ਜਦੋਂ ਅਸੀਂ ਮਾੜਾ ਮਾੜਾ ਸੋਚਾਂਗੇ, ਮਾੜਾ ਮਾੜਾ ਸੋਚਾਂਗੇ, ਮਨ ਕਦੇ ਵੀ ਨਹੀਂ ਟਿਕ ਕੇ ਬੈਠ ਸਕਦਾ। ਮਨ ਨੂੰ ਟਿਕਾਉਣ ਵਾਸਤੇ ਚੰਗਾ ਚੰਗਾ ਸੋਚੀਏ, ਚੰਗਾ ਚੰਗਾ ਹਮੇਸ਼ਾ। ਮਾੜਾ ਸੋਚਣਾ ਹੀ ਬੰਦ ਕਰ ਦਿਓ। ਆਪ ਗਏ ਔਰ ਨੂੰ ਕਰ ਲੈਣਾ। ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਉਹ ਆਪ ਦੇ ਕੁਰਾਹੇ ਪਏ ਹੋਏ ਨੇ,
ਉਹ ਸਾਨੂੰ ਵੀ ਕਰਾਹੇ ਪਾ ਦੇਣਾ, ਗਲਤ ਰਸਤੇ ਤੇ ਤੋਰ ਦੇਣਾ। ਹੁਣ ਜਿਸ ਬੰਦੇ ਨੂੰ ਰਸਤੇ ਦਾ ਨਹੀਂ ਪਤਾ, ਜਿਹਨੂੰ ਰਸਤੇ ਦਾ ਆਪ ਨਹੀਂ ਨਾ ਪਤਾ, ਤੁਸੀਂ ਉਹਦੇ ਤੋਂ ਰਸਤਾ ਪੁੱਛ ਲਓ। ਜੇ ਤੇ ਹੋਇਆ ਸਿਆਣਾ, ਫਿਰ ਤੇ ਉਹਨੇ ਕਹਿ ਦੇਣਾ ਵੀ ਵੀਰ ਮੇਰਿਆ ਮੈਨੂੰ ਨਹੀਂ ਪਤਾ। ਪਰ ਜੇ ਹੋਇਆ ਮੂਰਖ, ਜੇ ਹੋਇਆ ਸਾਕਤ, ਉਹਨੇ ਕਹਿ ਦੇਣਾ ਵੀ ਇੱਧਰ ਲੱਗ ਜਾ, ਇਹ ਰਸਤਾ ਉੱਥੇ ਹੀ ਜਾਂਦਾ ਜਿਹੜੀ ਤੂੰ ਪੁੱਛਦਾ ਹੈ। ਜਿਹੜਾ ਪੁੱਛਦਾ ਹੈ ਨਾ ਉੱਥੇ ਹੀ ਜਾਂਦਾ। ਜਾਣਾ ਕਿਸੇ ਹੋਰ ਪਾਸੇ ਸੀ, ਦੱਸਤਾ ਕਿਸੇ ਨੇ ਹੋਰ, ਉਧਰੇ ਚੱਲ ਗਿਆ, ਕੁਰਾਹੇ ਪੈ ਬੜੀ ਦੂਰ ਤੱਕ ਦਾ ਚੱਕਰ ਕੱਢ ਕੇ ਆਉਣਾ ਪਿਆ। ਤੇ ਭਗਤ ਕਬੀਰ ਸਾਹਿਬ ਕਹਿੰਦੇ ਆਪ ਗਏ ਔਰਤ ਨੂੰ ਘੱਲ ਹੈ। ਕਹਿੰਦੇ ਆਪ ਤੇ ਉਹ ਗਏ ਗੁਜਰੇ ਨੇ, ਪਰ ਸਾਨੂੰ ਵੀ ਕੁਰਾਹੇ ਪਾਤਾ, ਸਾਨੂੰ ਵੀ ਕੁਰਾਹੇ ਪਾ ਦਿੱਤਾ। ਆ ਹੁਣ ਸਰਕਾਰਾਂ ਦਾ ਹਾਲ ਕੀ ਹੈ? ਜਿਹੜਾ ਦੇਸ਼ ਦਾ ਪ੍ਰਾਈਮ ਮਿਨਿਸਟਰ ਹੈ ਮੋਦੀ, ਉਹ ਆਪ ਤੇ ਕੁਰਾਹੇ ਪੈ ਗਿਆ, ਪਰ ਉਹਨੇ ਸਾਰੇ ਦੇਸ਼ ਨੂੰ ਵੀ ਕੁਰਾਹੇ ਪਾ ਦਿੱਤਾ। ਆਪਣੇ ਘਰ ਛੱਡ ਕੇ ਅਸੀਂ ਦਿੱਲੀ ਦੀਆਂ ਸੜਕਾਂ ਤੇ ਕੁਰਾਹੇ ਪਾ ਦਿੱਤੇ। ਸਿਆਲ ਦੀਆਂ ਠੰਡੀਆਂ ਰਾਤਾਂ ਉੱਥੇ ਗੁਜ਼ਰ ਗਈਆਂ ਤੇ ਜੇਠ ਹਾੜ ਦੇ ਦੁਪਹਿਰੇ ਵੀ ਉੱਥੇ ਗੁਜ਼ਰ ਗਏ। ਕੁਰਾਹੇ ਪਾਤਾ। ਉਹਨੂੰ ਆਪ ਨੂੰ ਪਤਾ ਨਹੀਂ ਸੀ ਤੇ ਸਾਨੂੰ ਕੁਰਾਹੇ ਪਾਤਾ। ਅਜੇ ਵੀ ਉਹ ਬਿਲਾ ਨੂੰ ਵਾਪਸ ਲੈ ਲੈ, ਥੋੜਾ ਚੱਕਰ ਪਿਆ ਜੇ ਵੀ ਵਾਪਸ ਆ ਸਕਦਾ, ਪਰ ਜੇ ਵੱਡਾ ਚੱਕਰ ਪੈ ਗਿਆ ਨਾ ਮੁੜਨਾ ਬਹੁਤ ਔਖਾ ਹੈ। ਸਮਾਂ ਬਰਬਾਦ ਬਹੁਤ ਹੋ ਗਿਆ, ਕੁਰਾਹੇ ਪੈ ਗਿਆ ਕੰਮ। ਅਸੀਂ ਉਹਦੇ ਮਗਰ ਲੱਗ ਗਏ, ਉਹਦੇ ਮਗਰ ਲੱਗ ਕੇ ਅਸੀਂ ਕੁਰਾਹੇ ਪਾਏ। ਆਪ ਗਏ ਔਰ ਨੂੰ ਕਰ ਲਿਆ। ਆਪ ਤੇ ਡੁੱਬੇ ਸੀ, ਆਪ ਤੇ ਡੁੱਬੇ ਸੀ, ਸਾਰਿਆਂ ਨੂੰ ਨਾਲੇ ਡੋਬ ਕੇ ਨਾਲੇ ਡੋਬ ਕੇ ਛਾੜ ਚਰਚਾ ਆਨ ਨਾ ਜਾਣੈ ਕੁਚਰਚਾ। ਇੱਕ ਤੇ ਹੁੰਦੀ ਹੈ ਗਿਆਨ ਚਰਚਾ, ਇੱਕ ਹੁੰਦੀ ਹੈ ਗਿਆਨ ਗੋਸ਼ਟ, ਭਾਵ ਕੇ ਗਿਆਨ ਦੀਆਂ ਗੱਲਾਂ। ਜੇ ਦੋ ਬੰਦੇ ਗਿਆਨ ਰੱਖਣ ਵਾਲੇ ਨੇ, ਉਹਨਾਂ ਕੋਲ ਦੋ ਹੋਰ ਗਿਆਨ ਦੀਆਂ ਗੱਲਾਂ ਕਰਨ ਵਾਲੇ ਆ ਗਏ, ਉਹ ਸਾਰਾ ਦਿਨ ਗਿਆਨ ਦੀਆਂ ਗੱਲਾਂ ਕਰਨਗੇ। ਪਰ ਜੇ ਇੱਕ ਗਿਆਨ ਦੀਆਂ ਗੱਲਾਂ ਕਰਨ ਵਾਲਾ, ਚਾਰ ਗੱਪਾਂ ਸੁਣਾਉਣ ਵਾਲੇ ਨੇ, ਉਹ ਫਿਰ ਇੱਕ ਗਿਆਨ ਵਾਲੇ ਦੀ ਨਹੀਂ ਚੱਲਦੀ ਹੁੰਦੀ, ਉਹ ਭਾਰੂ ਹੋ ਜਾਂਦਾ। ਛਾੜ ਚਰਚਾ ਆਨ ਨਾ ਜਾਣੈ।
ਫੋਕੀਆਂ ਗੱਲਾਂ ਤੋਂ ਬਿਨਾਂ ਉਹ ਕੁਝ ਫਿਰ ਜਾਣਦਾ ਹੀ ਨਹੀਂ ਨਾ। ਗੁਰੂ ਸਾਹਿਬ ਇਹੀ ਕਹਿੰਦੇ ਆ ਵੀ ਫੋਕੀਆਂ ਗੱਲਾਂ ਕਰਦੇ ਆ। ਫੋਕੀਆਂ ਗੱਲਾਂ ਕੀ ਹੁੰਦੀਆਂ? ਜਿਹੜੀਆਂ ਦਾ ਕੋਈ ਮਤਲਬ ਨਹੀਂ ਹੁੰਦਾ, ਜਿਹੜੀਆਂ ਦਾ ਕੋਈ ਮਤਲਬ ਨਹੀਂ ਹੁੰਦਾ, ਉਹ ਫੋਕੀਆਂ ਗੱਲਾਂ ਹੁੰਦੀਆਂ ਨੇ। ਜਿਹੜੀਆਂ ਮਤਲਬ 'ਚ ਵਰਤੀਆਂ ਜਾਂਦੀਆਂ ਨੇ ਉਹ ਗਿਆਨ ਦੀਆਂ ਗੱਲਾਂ, ਉਹ ਗਿਆਨ ਦੀਆਂ ਗੱਲਾਂ ਹੁੰਦੀਆਂ। ਜਿਹੜੀਆਂ ਕਿਸੇ ਕੰਮ ਨਹੀਂ ਆਉਂਦੀਆਂ ਉਹ ਫੋਕੀਆਂ ਹੁੰਦੀਆਂ ਨੇ। ਹੁਣ ਗੁਰਬਾਣੀ ਹੈ, ਗੁਰਬਾਣੀ ਸਾਡੇ ਕੰਮ ਆਉਂਦੀ ਹੈ। ਅਸੀਂ ਜੀਵਨ ਕਿਵੇਂ ਬਤੀਤ ਕਰਨਾ ਹੈ, ਗੁਰਬਾਣੀ ਤੋਂ ਸਿੱਖੀ। ਅਸੀਂ ਇਸ ਸੰਸਾਰ 'ਚ ਰਹਿਣਾ ਕਿਸ ਤਰ੍ਹਾਂ ਹੈ, ਗੁਰਬਾਣੀ ਤੋਂ ਸਿੱਖੀ। ਅਸੀਂ ਇਸ ਸੰਸਾਰ 'ਚ ਚੱਲਣਾ ਕਿਸ ਤਰ੍ਹਾਂ ਹੈ, ਗੁਰਬਾਣੀ ਤੋਂ ਸਿੱਖੀ। ਪਰ ਜੇ ਅਸੀਂ ਗੁਰਬਾਣੀ ਨੂੰ ਛੱਡ ਕੇ ਮਾੜਿਆਂ ਕੰਮਾਂ ਵੱਲ ਧਿਆਨ ਕਰ ਲਿਆ, ਉਹ ਫਿਰ ਸਾਰਾ ਕੁਝ ਭੁੱਲ ਹੈ। ਉਹ ਕੰਮ ਨਹੀਂ ਆਉਂਦਾ, ਬਾਅਦ ਚ ਪਛਤਾਉਣਾ ਹੀ ਪੱਲੇ ਰਹਿ ਜਾਣਾ। ਪਛਤਾਉਣਾ ਇੱਕ ਪਾਸੇ ਗੁਰਬਾਣੀ ਹੈ, ਇੱਕ ਪਾਸੇ ਅੱਜ ਦੇ ਲੱਚਰ ਗੀਤ ਨੇ। ਦੋਨਾਂ ਚੋਂ ਕਿਹਨੂੰ ਗ੍ਰਹਿਣ ਕਰਦੇ ਆ, ਇਹ ਸਾਡੇ ਤੇ ਡਿਪੈਂਡ ਕਰਦਾ ਵੀ ਅਸੀਂ ਨੇ ਇੱਕ ਪਾਸੇ ਗੁਰਬਾਣੀ ਹੈ, ਇੱਕ ਪਾਸੇ ਮਾੜੇ ਗੀਤ ਨੇ। ਅਸੀਂ ਦੇਖਣਾ ਵੀ ਅਸੀਂ ਗੁਰਬਾਣੀ ਨੂੰ ਗ੍ਰਹਿਣ ਕਰਨਾ ਕਿ ਉਹ ਗੰਦੇ ਗੀਤਾਂ ਨੂੰ ਗ੍ਰਹਿਣ ਕਰਨਾ। ਜੇ ਤੇ ਗੁਰਬਾਣੀ ਨੂੰ ਗ੍ਰਹਿਣ ਕਰ ਲਿਆ, ਗੁਰਬਾਣੀ ਨੂੰ ਆਪਣੇ ਅੰਦਰ ਵਸਾ ਲਿਆ, ਗੁਰਬਾਣੀ ਦੇ ਕਹੇ ਅਨੁਸਾਰ ਅਸੀਂ ਜੀਵਨ ਬਤੀਤ ਕਰਨ ਲੱਗੇ, ਫਿਰ ਤੇ ਮਨ ਵੀ ਸੁਖੀ ਹੋ ਜਾਣਾ, ਤਨ ਵੀ ਸੁਖੀ ਹੋ ਜਾਣਾ, ਸਹੀ ਹੋ ਜਾਣਾ। ਪਰ ਜੇ ਅਸੀਂ ਗੁਰਬਾਣੀ ਨੂੰ ਛੱਡ ਕੇ ਗੰਦਿਆਂ ਗੀਤਾਂ ਨੂੰ ਵਸਾ ਲਿਆ, ਆਪਣੇ ਲਾਗੂ ਕਰ ਲਿਆ, ਆਪਣੇ ਆਪ ਤਨ ਵੀ ਸਵਾਹ ਹੋ ਜਾਣਾ, ਮਨ ਵੀ ਸਵਾਹ ਹੋ ਜਾਣਾ। ਭਾਵ ਕਿ ਉਹਨਾਂ ਦਾ ਅਸਰ ਮਾੜਾ ਹੈ, ਉਹਨਾਂ ਚੀਜ਼ਾਂ ਦਾ ਅਸਰ ਮਾੜਾ ਹੈ। ਫਿਰ ਅਸੀਂ ਉਹ ਮਾੜਿਆਂ ਨੂੰ ਕਿਉਂ ਗ੍ਰਹਿਣ ਕਰੀਏ? ਛਾੜ ਚਰਚਾ ਆਨ ਨਾ ਜਾਣੇ। ਅਸੀਂ ਗਿਆਨ ਚਰਚਾ ਕਰੀਏ, ਉਹ ਚਰਚਾ ਨਾ ਕਰੀਏ। ਜੇ ਅਸੀਂ ਗੁਰਬਾਣੀ ਨੂੰ ਗ੍ਰਹਿਣ ਕਰ ਲਾਂਗੇ ਵਧੀਆ, ਉਹ ਕੰਮ ਆਉਣ ਵਾਲੀ ਚੀਜ਼ ਹੈ। ਜੇ ਅਸੀਂ ਮਾੜਿਆਂ ਗੀਤਾਂ ਨੂੰ ਗ੍ਰਹਿਣ ਕਰ ਲਿਆ, ਉਹ ਕੰਮ ਨਹੀਂ ਆਉਣਾ। ਕਿਉਂ? ਕਿਉਂਕਿ ਗੁਰੂ ਸਾਹਿਬ ਕਹਿੰਦੇ ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਕਹਿੰਦੇ ਜਿਹੜੇ ਸਾਕਤਾਂ ਦੇ ਬੋਲ ਨੇ, ਸਾਕਤਾਂ ਦੇ ਗੀਤ ਨੇ, ਉਹ ਮੇਰੇ ਕੰਨਾਂ 'ਚ ਨਾ ਬਹਿਣ, ਕਿਉਂਕਿ ਉਹ ਸਾਡੇ ਅੰਦਰ ਨੂੰ ਖੇਰੂ ਖੇਰੂ ਕਰਦੇ ਹਨ। ਉਹ ਜਿਹੜੇ ਬੰਦੇ ਨੇ ਗੀਤ ਗਾਇਆ ਮਾੜਾ, ਅਸੀਂ ਉਹ ਮਾੜੇ ਦੀ ਸਪੋਰਟ ਕੀਤੀ, ਉਹਨੂੰ ਸੁਣਿਆ, ਉਹਨੂੰ ਤੇ ਲੱਖਾਂਪਤੀ ਕਰਤਾ, ਅਸੀਂ ਉਹਨੂੰ ਸੁਣ ਸੁਣ ਕੇ ਆਪਣੇ ਕੰਮ ਵੀ ਛੱਡਤੇ, ਅਸੀਂ ਕੰਗਾਲ ਹੋ ਗਏ। ਅਸੀਂ ਗੁਰਬਾਣੀ ਨੂੰ ਸੁਣੀਏ, ਜਿਹਨੂੰ ਗੁਰੂ ਸਾਹਿਬ ਗੁਰਬਾਣੀ ਕਹਿੰਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵਚਨ ਨੇ, ਕਿਰਤ ਕਰੋ। ਕਿਰਤ ਕਰਦੇ ਕਰਦੇ ਵੀ ਅਸੀਂ ਬਾਣੀ ਨੂੰ ਸੁਣ ਸਕਦੇ ਹਾਂ, ਗਾ ਸਕਦੇ ਹਾਂ। ਕਿਰਤ ਕਰਦੇ ਕਰਦੇ
ਨਾਮਾ ਕਹੈ ਤਲੋਚਨਾ ਮੁਖ ਤੇ ਨਾ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਪਰ ਜੇ ਅਸੀਂ ਕਹੀਏ ਨਾ ਵੀ ਮਾੜੇ ਕੰਮ ਕਰਦੇ ਕਰਦੇ ਵੀ ਅਸੀਂ ਕੰਮ ਕਰ ਲਾਂਗੇ ਚੰਗਾ, ਨਹੀਂ ਹੋਣੀ। ਛਾੜ ਕਰੇ ਆ ਨਾ ਛੱਡਦੇ ਕਹਿੰਦੇ ਉਹਨਾਂ ਨੇ ਮਾੜੀਆਂ ਗੱਲਾਂ ਨੇ ਜਿਹੜੀਆਂ ਛੱਡ ਦਿਓ, ਖਰਾਬ ਕਰ ਦੇਣਾ, ਛੱਡ ਦੇ। ਗੁਰੂ ਦੇ ਨਾਲ ਲੱਗ ਜਾ, ਗੁਰੂ ਦੇ ਦੱਸੇ ਅਨੁਸਾਰ ਜੀਵਨ ਬਤੀਤ ਕਰਨ ਲੱਗ ਜਾ, ਸਾਰੇ ਕੁਝ ਚੰਗਾ ਚੰਗਾ ਹੋਗਾ, ਸਾਰੇ ਕੁਝ ਚੰਗਾ ਚੰਗਾ। ਕਿਉਂਕਿ ਮਨ ਖੜ ਗਿਆ, ਮਨ ਟਿਕ ਗਿਆ ਨਾ, ਫਿਰ 200 ਤੇ ਵੀ ਸਬਰ ਹੈ, ਨਹੀਂ ਤੇ ਹਜ਼ਾਰਾਂ ਤੇ ਵੀ ਸਬਰ ਹੈ, ਫਿਰ ਨਹੀਂ। ਤੇ ਗੁਰੂ ਸਾਹਿਬ ਕਹਿੰਦੇ ਬ੍ਰਹਮਾ ਹੋ ਕਹਿਓ ਨਾ ਮੰਨ। ਕਹਿੰਦੇ ਇਹ ਲੋਕ ਇਸ ਤਰ੍ਹਾਂ ਦੇ ਨੇ, ਇੱਥੇ ਵੱਡਿਆਂ ਵੱਡਿਆਂ ਦੀ ਗੱਲ ਨਹੀਂ ਮੰਨਦੇ ਭਾਈ, ਵੱਡਿਆਂ ਵੱਡਿਆਂ ਦੀ ਗੁਰੂ ਦੀ ਗੱਲ ਕਿਹੜਾ ਮੰਨਣੀ ਅਸੀਂ। ਬ੍ਰਹਮਾ ਹੂੰ ਕੋ ਕਹਿਓ ਨਾ ਮੰਨ, ਵੱਡਿਆਂ ਵੱਡਿਆਂ ਦੀ ਨਹੀਂ ਮੰਨਦੇ। ਅਸੀਂ ਕੌਣ ਆ ਕਿਸੇ ਨੂੰ ਸਮਝਾਉਣ ਵਾਲੇ ਭਾਈ। ਅਗਲਾ ਕਹਿੰਦਾ ਇਹਨੂੰ ਸਮਝਾ ਦੇ, ਅਸੀਂ ਕੌਣ ਆ ਕਿਸੇ ਨੂੰ ਸਮਝਾਉਣ ਵਾਲੇ। ਤੇ ਵੱਡਿਆਂ ਵੱਡਿਆਂ ਦੀ ਨਹੀਂ ਸਮਝਦੇ, ਗੁਰਬਾਣੀ ਦੀ ਮੰਨ ਲਈ। ਗੁਰੂ ਸਾਹਿਬ ਨੇ ਕਿਹਾ ਸ਼ਰਾਬ ਨਹੀਂ ਪੀਣੀ, ਤੇਰਾ ਅੰਦਰ ਖਰਾਬ ਹੋ ਜੂ, ਮੰਨ ਲਈ ਅਸੀਂ। ਤੇ ਵੱਡਿਆਂ ਵੱਡਿਆਂ ਦੀ ਨਹੀਂ ਮੰਨਦੇ, ਗੁਰੂ ਸਾਹਿਬ ਦੀ ਨਹੀਂ ਮੰਨਦੇ, ਛੱਡਤੀ ਪੀਣੀ। ਅੱਜ ਵੀ ਪੀਂਦੇ, ਨਾਲੇ ਮਾੜੀ ਹੋਣੀ। ਤੇ ਗੁਰੂ ਸਾਹਿਬ ਨੇ ਗੁਰਬਾਣੀ ਚ ਲਿਖਿਆ ਜੇ ਤਪਿਤ ਹੈ ਮਤ ਦੂਰ ਹੋਏ, ਵਰਨ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ। ਕਹਿੰਦੇ ਕਿਉਂ ਪੀਂਦੇ ਹੋ? ਜਿਹੜੀ ਪੀਣ ਦੇ ਨਾਲ ਸਾਡਾ ਦਿਮਾਗ ਖਰਾਬ ਹੁੰਦਾ ਹੈ, ਮਤ ਖਤਮ ਹੋ ਜਾਂਦੀ ਹੈ। ਗੁਰੂ ਸਾਹਿਬ ਨੇ ਕਿਹਾ ਜਿਤ ਪੀਤਾ ਮਤ ਦੂਰ ਹੋਏ, ਜਿਹੜੀ ਪੀਣ ਦੇ ਨਾਲ ਸਾਡੀ ਮਤ ਤੇ ਦੂਰ ਹੋ ਜੇ। ਕਿਉਂ ਪੀਂਦੇ ਹਾਂ? ਇਹ ਇਕੱਲਾ ਸ਼ਰਾਬ ਦੀ ਗੱਲ ਨਹੀਂ, ਜਿਹੜੇ ਵੀ ਨਸ਼ਿਆਂ 'ਚ ਅਸੀਂ ਪਏ ਆ, ਜਿਹੜੇ ਵੀ ਨਸ਼ਿਆਂ 'ਚ ਅਸੀਂ ਖੱਚਤ ਹੋ ਗਏ ਆ, ਸਾਰੀ ਮਾਰੇ ਸਾਰਿਆਂ ਦੀ ਇਹ ਗੱਲ ਹੈ। ਗੁਰੂ ਸਾਹਿਬ ਨੇ ਜਿਤ ਪਿੱਤ ਮਤ ਦੂਰ ਹੋਏ, ਵਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ। ਉਹਨੂੰ ਕਹਿੰਦੇ ਆਪਣੇ ਖਸਮ ਦੇ ਦਰ ਤੋਂ ਧੱਕੇ ਪੈਂਦੇ। ਜਿਹੜਾ ਨਸ਼ਿਆਂ ਚ ਗਲਤਾਰ ਬੀੜੀਆਂ ਉਹ ਚੰਗੀ ਗੱਲ। ਗੁਰੂ ਸਾਹਿਬ ਨੇ ਕਿਹਾ ਮੰਨ ਲਈ ਅਸੀਂ ਕਿ ਗੁਰੂ ਸਾਹਿਬ ਨੇ ਬ੍ਰਹਮਾ ਹੂੰ ਕੋ ਕਹਿਓ ਨਾ ਮੰਨ। ਵੱਡਿਆਂ ਵੱਡਿਆਂ ਦੀ ਨਹੀਂ ਮੰਨਦੇ ਭਾਈ, ਵੱਡਿਆਂ ਵੱਡਿਆਂ ਦੀ ਨਹੀਂ ਮੰਨਦੇ। ਬੀੜੀਆਂ ਪੀਣੀਆਂ, ਪਾਰ ਚੱਕਣੇ, ਸੁਪਾਰੀਆਂ ਖਾਣੀਆਂ, ਇਹ ਚੰਗੀ ਗੱਲ ਹੈ। ਗੁਰੂ ਸਾਹਿਬ ਨੇ ਗੁਰਬਾਣੀ ਚ ਦੱਸਿਆ ਸਾਨੂੰ, ਪਾਨ ਸੁਪਾਰੀ ਖਾਧੇ, ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤੇ, ਜਮ ਪਕੜ ਚਲਾਈਆਂ। ਕਦੇ ਉਸ ਮਾਲਕ ਨੂੰ ਚੇਤੇ ਨਹੀਂ ਕੀਤਾ, ਕਦੇ ਫਿਰ ਜਮਾਂ ਨੇ ਪਕੜ ਲੈਣਾ। ਭਾਵ ਕਿ ਜਿਹੜੇ
ਸਾਡੇ ਅੰਦਰ ਚੱਲਦੇ ਆ ਨਾ, ਉਹਨਾਂ ਨੇ ਪਕੜ ਲੈਣਾ, ਜਾਲ ਬੰਦ ਕਰ ਦੇਣਾ, ਆਪਣੀ ਪਕੜ ਚ ਲੈ ਲੈਣਾ। ब्रह्मा को कहे हो ना माने। ਅਸੀਂ ਗੁਰੂ ਦੇ ਕੋਲ ਆਈਏ ਭਾਈ, ਹੌਲੀ 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 ਗੁਰੂ ਦੀ ਗੱਲ ਮੰਨਣੀ ਸਿੱਖੀ। ਜੇ ਅੱਗੇ ਵੀ ਨਾ ਅਸੀਂ ਮੰਨ ਸਕਦੇ ਤਾਂ ਹੌਲੀ 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 ਮੰਨ ਸਕਦੇ। ਹੌਲੀ 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 ਅਸੀਂ ਉਹ ਰਸਤੇ ਨੂੰ ਛੱਡ ਕੇ ਆਹ ਰਸਤੇ ਤੇ ਆ ਜਾਈਏ, ਆ ਸਕਦੇ। ਵੱਡੀ ਗੱਲ ਕੋਈ ਨਹੀਂ ਹੁੰਦੀ, ਵੱਡਾ ਕੰਮ ਕੋਈ ਨਹੀਂ ਹੁੰਦਾ। ਥੋੜਾ ਥੋੜਾ ਕਰਕੇ ਅਸੀਂ ਮਾੜੇ ਕੰਮਾਂ ਨੂੰ ਛੱਡਦੇ ਛੱਡਦੇ ਚੰਗਿਆਂ ਕੰਮਾਂ ਵੱਲ ਆ ਸਕਦੇ। ਆਈਏ। ਤੇ ਗੁਰੂ ਸਾਹਿਬ ਕਹਿੰਦੇ ਭਾਈ ਆਪ ਗਏ ਔਰ ਨੂੰ ਹੋਵੇ। ਆਪਣੇ ਆਪ ਤੋਂ ਗਏ ਗੁਜਰੇ ਲੋਕ ਹੋਰਾਂ ਨੂੰ ਵੀ ਖੁਝਾ ਦਿੰਦਾ। ਭਾਵ ਕਿ ਅੱਜ ਜਿਹੜੇ ਬੰਦੇ ਮਾੜੇ ਕੰਮ ਕਰਦੇ ਨੇ ਉਹ ਸਾਨੂੰ ਵੀ ਮਾੜੇ ਕੰਮਾਂ ਤੇ ਲਾਉਣ ਤੇ ਜ਼ੋਰ ਲਾਉਂਦੇ ਆ ਵੀ ਕੋਈ ਗੱਲ ਨਹੀਂ, ਜੇ ਸਰੀਰ ਦੁਖਦਾ ਕੋਈ ਗੱਲ ਨਹੀਂ, ਆ ਲੈ ਲੈ ਥੋੜਾ ਜਿਹਾ ਛੱਡ ਕੇ ਦੇਖ, ਸਰੀਰ ਅੱਠੋ ਅੱਠ ਮਾਰੂਗਾ। ਔਰ ਥੋੜੇ ਦਿਨਾਂ ਬਾਅਦ ਫਿਰ ਕਿੱਥੋਂ ਲਵਾਂਗੇ। ਆਪ ਗਏ ਔਰ ਨੂੰ ਖੋਲ। ਆਪ ਤੇ ਉਸ ਦਲਦਲ ਦੇ ਵਿੱਚ ਬੰਦਾ ਡੁੱਬ ਗਿਆ। ਉਹ ਕਹਿੰਦਾ ਮੈਂ ਤੇ ਡੁੱਬ ਗਿਆ, ਹੁਣ ਜੇ ਇਹਨੂੰ ਵੀ ਡੋਬਦਾ ਫਿਰ ਵਧੀਆ। ਜਿਵੇਂ ਇਹਨੂੰ ਵੀ ਡੋਬਦਾ ਫਿਰ ਵਧੀਆ। ਜਦੋਂ ਅਸੀਂ ਇਸ ਤਰ੍ਹਾਂ ਕਰਾਂਗੇ ਨਾ, ਜਦੋਂ ਇਸ ਤਰ੍ਹਾਂ ਕਰਾਂਗੇ ਫਿਰ ਉਹ ਅੱਗ ਲੱਗਦੀ ਦੁਬਾਰੇ ਸਾਡੇ ਘਰ ਹੀ ਆਉਂਦੀ। ਸਾਡੇ ਬੱਚੇ ਵੀ ਫਿਰ ਉਹੀ ਗੱਲ ਨਿਕਲਣਗੇ। ਜੇ ਅਸੀਂ ਦੂਜਿਆਂ ਨੂੰ ਡੇਗਣ ਦੀ ਗੱਲ ਕਰਾਂਗੇ, ਜੇ ਅਸੀਂ ਦੂਜਿਆਂ ਨੂੰ ਡੇਗਣ ਦੀ ਗੱਲ ਕਰਦੇ ਹਾਂ ਤਾਂ ਫਿਰ ਸਾਡੇ ਬੱਚੇ ਵੀ ਉਹੀ ਦਲਦਲ ਨਿਕਲਣਗੇ। ਅਸੀਂ ਉਸ ਦਲਦਲ ਦੇ ਵਿੱਚੋਂ ਨਿਕਲਣ ਵਾਸਤੇ ਵਧੀਆ ਸੋਚਾਂ। ਆਗ ਲਗਾਏ ਮੰਦਰ ਮੈਂ ਸੋਵੇਂ। ਉਹ ਲੋਕ ਇਸ ਤਰ੍ਹਾਂ ਦੇ ਨੇ, ਉਹ ਲੋਕ ਇਸ ਤਰ੍ਹਾਂ ਦੇ ਜਾਣ ਲੋ ਵੀ ਜਿਵੇਂ ਕਿਸੇ ਦੇ ਘਰ ਨੂੰ ਲੱਗ ਜੇ ਅੱਗ, ਕਿਸੇ ਦੇ ਘਰ ਨੂੰ ਲੱਗ ਜੇ ਅੱਗ ਤੇ ਬੰਦਾ ਮੌਜ ਨਾਲ ਅੰਦਰ ਸੁੱਤਾ ਪਿਆ ਹੋਵੇ। ਘਰੇ ਅੱਗ ਲੱਗ ਰਹੀ ਹੋਵੇ, ਮੌਜ ਨਾਲ ਬੰਦਾ ਪਿਆ ਹੋਵੇ ਸੁੱਤਾ, ਕਿਤੇ ਉਹੀ ਕੰਮ ਵੀ ਜੇ ਅੱਜ ਅਸੀਂ ਮਾੜਿਆਂ ਕੰਮਾਂ 'ਚ ਪੈ ਗਏ ਨਾ, ਐ ਸਮਝ ਲਓ ਤੀਲੀ ਲੱਗ ਗਈ, ਹੌਲੀ 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 ਇੱਕ ਦਿਨ ਖਤਮ ਹੋ ਜਾਣਾ ਸਾਰਾ ਕੁਛ। ਇੱਕ ਦਿਨ ਖਤਮ ਹੋ ਜਾਣਾ ਸਾਰਾ ਕੁਛ। ਕਿਉਂ ਨਾ ਤੀਲੀ ਨੂੰ ਪਹਿਲੇ ਹੀ ਬੁਝਾ ਦਿਆ, ਅੱਜੇ ਬੁਝਾ ਦਿਆ, ਫਿਰ ਬੜੇ ਆਰਾਮ ਨਾਲ ਘਰ ਸੌਂ ਜਿਓ। ਡਰ ਕਾਹਦਾ ਫਿਰ। ਆਗ ਲਗਾਏ ਮੰਦਰ ਮੈਂ ਸੋਵੇ। ਕਹਿੰਦੇ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਨਾ ਸਾਰਾ ਕੁਝ ਸੜ ਜਾਣਾ ਹੈ ਭਾਈ, ਸਾਰਾ ਕੁਝ। ਕਿਉਂਕਿ ਅੱਗ ਜਿਹੜੀ ਅੱਗ ਉਹਦਾ ਤਾਂ ਸੁਭਾਅ ਹੈ ਸਾੜਨਾ, ਉਹਦਾ ਤਾਂ ਸੁਭਾਅ ਹੈ ਸਾੜਨ ਦਾ। ਪਰ ਅਸੀਂ ਅੱਗ ਤੇ ਗੁਰਬਾਣੀ ਰੂਪੀ ਜਲ ਪਾਉਂਦੇ ਰਹੇ। ਥੋੜਾ ਥੋੜਾ ਕਰਕੇ ਛਿੜਕਾਅ ਕਰਦੇ ਰਹੀਏ
ਤਾਂ ਜੋ ਅੱਗ ਸਾਡੇ ਅੰਦਰੋਂ ਬੁੱਝ ਜੇ। ਜੇ ਭਾਂਬੜ ਮੱਚ ਗਏ ਨਾ, ਭਾਂਬੜ ਖਤਮ ਕਰ ਦੇਣਾ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ, ਅੱਗ ਅੱਗ ਦੀਆਂ ਤੇ ਨਦੀਆਂ ਵਗ ਰਹੀਆਂ ਨੇ। ਪਰ ਜੇ ਛੜਕਾਅ ਹੁੰਦਾ ਰਵੇ ਨਾ, ਗੁਰਬਾਣੀ ਦਾ ਛੜਕਾਅ ਥੋੜਾ ਥੋੜਾ, ਫਿਰ ਉਹ ਅੱਗ ਜਿਹੜੀ ਹੈ ਉਹ ਭਾਂਬੜ ਨਹੀਂ ਬਣਦੀ। ਅਵਰਨ ਹਸਤ ਆਪ ਹਰ ਕੰਨ ਹੈ। ਅਸੀਂ ਆਪ ਤੇ ਹੈਗੇ ਆ ਕਾਣੇ, ਤੇ ਦੂਜਿਆਂ ਨੂੰ ਮਾਹੌਲ ਕਰਦੇ ਆ। ਆਪ ਤੇ ਅਸੀਂ ਮਾੜੇ ਕੰਮ ਕਰਦੇ ਆ, ਦੂਜਿਆਂ ਦਾ ਮਜ਼ਾਕ ਉਡਾਉਂਦੇ ਆ। ਇਹ ਤੇ ਫਿਰ ਸੋਹਣੀ ਗੱਲ ਨਹੀਂ ਗਾ, ਇਹ ਤੇ ਸੋਹਣੀ ਗੱਲ ਨਹੀਂ। ਮਖੌਲ ਕਿਸੇ ਦਾ ਕਰਨਾ ਉਹ ਤੇ ਵੈਸੇ ਹੀ ਮਾੜੀ ਗੱਲ ਹੈ। ਕਿਸੇ ਦਾ ਮਜ਼ਾਕ ਉਡਾਉਣਾ ਉਹ ਤੇ ਵੈਸੇ ਹੀ ਮਾੜੀ ਗੱਲ ਹੈ, ਗਲਤ ਹੈ। ਪਰ ਗੁਰੂ ਸਾਹਿਬ ਕਹਿੰਦੇ ਭਾਈ, ਜਦੋਂ ਤੁਸੀਂ ਆਪ ਉਹ ਕੰਮ ਕਰਦੇ ਹੋ, ਕਾਣੇ ਹੋ। ਅਵਰਨ ਹੱਸ ਆਪ ਹਰ ਕਾਨੇ, ਕਹਿੰਦੇ ਦੂਜਿਆਂ ਤੇ ਹੱਸਦੇ ਆ। ਜਦੋਂ ਉਹੀ ਅੱਗ ਸਾਡੇ ਘਰ 'ਚ ਪੈਂਦੀ ਹੈ, ਫਿਰ ਰੋਣਾ ਆਉਂਦਾ, ਫਿਰ ਰੋਣਾ ਆਉਂਦਾ। ਫਿਰ ਕੀ ਫਾਇਦਾ ਉਹਨਾਂ ਨੂੰ? ਅਸੀਂ ਕਿਸੇ ਤੇ ਹੱਸੀਏ ਨਾ, ਹੱਸੀਏ। ਅੱਜ ਹੁਕਮਨਾਮਾ ਸਾਹਿਬ ਆਇਆ ਸੀ, ਉਹਦੇ ਵਿੱਚ ਸ਼ਬਦ ਸੀ ਦੁਰਵਾਸਾ ਸਿਵ ਕਰਤ ਠਗੌਰੀ, ਯਾਦਵ ਇਹ ਫਲ ਪਾਏ। ਦੁਰਵਾਸਾ ਸਿਵ ਕਰਤ ਠਗੌਰੀ, ਕਹਿੰਦੇ ਕਿਸੇ ਨੂੰ ਮਜ਼ਾਕ ਨਹੀਂ ਕਰਨਾ ਚਾਹੀਦਾ। ਮਜ਼ਾਕ ਨੇ ਮਾੜਾ ਹੁੰਦਾ ਹੈ। ਕਈ ਵਾਰੀ ਮਜ਼ਾਕ ਜਿਹੜਾ ਮਜ਼ਾਕ ਉਹ ਸਾਡਾ ਘਰ ਤਬਾਹ ਕਰਦਾ। ਕਿਸੇ ਨੂੰ ਮਜ਼ਾਕ ਕਰਦਾ, ਅਗਲੇ ਨੇ ਕੋਰਟ ਕਚਹਿਰੀ ਖਿੱਚ ਲੈਣਾ ਵੀ ਆਹ ਗੱਲ ਮੈਨੂੰ ਕਹਿੰਦੀ ਤੇ ਨਹੀਂ, ਕਿਵੇਂ ਕਹਿੰਦੀ? ਅਗਲਾ ਕਹਿੰਦਾ ਮਜ਼ਾਕ ਕਰਿਆ ਸੀ, ਪਰ ਮਜ਼ਾਕ ਸਾਰਾ ਕੁਝ ਤਬਾਹ ਵੀ ਕਰ ਦਿੰਦਾ। ਦੁਰਵਾਸਾ ਸਿਵ ਕਰਤ ਠਗੌਰੀ, ਯਾਦਵ ਇਹ ਫਲ ਪਾਏ। ਯਾਦਵਾਂ ਨੇ ਫਿਰ ਉਹ ਮਜ਼ਾਕ ਦਾ ਫਲ ਜਿਹੜਾ ਸੀ ਮਾੜਾ ਭੋਗਿਆ। ਤੇ ਭਗਤ ਕਬੀਰ ਸਾਹਿਬ ਕਹਿੰਦੇ ਭਾਈ, ਲਾਸਟ ਜਿਹੜੀ ਭਗਤੀ ਹੈ ਉਹਦੇ ਵਿੱਚ ਭਗਤ ਕਬੀਰ ਸਾਹਿਬ ਕਹਿੰਦੇ, ਤਿੰਨ ਕੋ ਦੇਖ ਕਬੀਰ ਲਜਾਨਾ। ਲਜਾਨਾ ਦਾ ਭਾਵ ਹੁੰਦਾ ਲੱਜਿਆ, ਸ਼ਰਮ। ਭਗਤ ਕਬੀਰ ਸਾਹਿਬ ਕਹਿੰਦੇ ਮੈਨੂੰ ਤੇ ਨਾ ਇਹ ਲੋਕਾਂ ਨੂੰ ਵੇਖ ਵੇਖ ਕੇ ਸ਼ਰਮ ਮਹਿਸੂਸ ਹੁੰਦੀ ਹੈ ਭਾਈ। ਭਗਤ ਕਬੀਰ ਸਾਹਿਬ ਕਹਿੰਦੇ ਆ ਲੋਕਾਂ ਨੂੰ ਵੇਖ ਵੇਖ ਨਾ ਮੈਨੂੰ ਤੇ ਸ਼ਰਮ ਮਹਿਸੂਸ ਹੁੰਦੀ ਹੈ। ਕਹਿੰਦੇ ਜੀ ਕਿਹੜਿਆਂ ਨੂੰ, ਕਿਹੜੇ ਲੋਕਾਂ ਦੀ ਗੱਲ ਕਰਦੇ ਹੋ? ਕਹਿੰਦੇ ਜਿਹੜੇ ਸਾਰੀ ਦਿਨ ਰਾਤ ਲੋਕਾਂ ਦੀ ਨਿੰਦਿਆ ਕਰਦੇ ਨੇ, ਜਿਹੜੇ ਦਿਨ ਰਾਤ ਕਿਸੇ ਨੂੰ ਕੁਰਾਹੇ ਪਾਉਣ ਤੇ ਜ਼ੋਰ ਲੱਗਿਆ ਹੋਇਆ, ਤੇ ਦਿਨ ਰਾਤ ਜਿਹੜੇ ਕਿਸੇ ਨੂੰ ਮਖੌਲਾ ਕਰਦੇ ਨੇ। ਤੇ ਭਗਤ ਕਬੀਰ ਸਾਹਿਬ ਕਹਿੰਦੇ ਮੈਨੂੰ ਤੇ ਇਹਨਾਂ ਬੰਦਿਆਂ ਤੋਂ ਸ਼ਰਮ ਮਹਿਸੂਸ ਹੁੰਦੀ ਹੈ, ਲੱਜਿਆ ਹੁੰਦੀ ਹੈ। ਵੀ ਇਸ ਤਰ੍ਹਾਂ ਦੇ ਵੀ ਲੋਕ ਨੇ ਜਿਹੜੇ ਕਿਸੇ ਦਾ ਮਜ਼ਾਕ ਬਣਾਉਂਦੇ ਨੇ, ਕਹਿੰਦੇ ਸ਼ਰਮ ਮਹਿਸੂਸ ਹੁੰਦੀ। ਅਸੀਂ ਭਗਤ ਕਬੀਰ ਸਾਹਿਬ ਜੀ ਨੂੰ ਸਿੱਖੀਏ ਭਾਈ ਵੀ ਅਸੀਂ ਚੰਗਾ ਚੰਗਾ ਸੋਚੀਏ, ਚੰਗਾ ਚੰਗਾ ਕਰੀਏ, ਮਾੜਿਆਂ ਮਾੜਿਆਂ ਕੰਮਾਂ ਤੋਂ ਤੌਬਾ ਕਰੀਏ, ਮਾੜਿਆਂ ਕੰਮਾਂ ਤੋਂ ਦੂਰ ਭੱਜੀਏ। ਜਿਵੇਂ ਭਗਤ ਕਬੀਰ ਸਾਹਿਬ ਕਹਿੰਦੇ, ਸਾਕਤ ਕਬੀਰ ਸਾਕਤ ਸੰਗ ਨਾ ਕੀਜੀਏ, ਦੂਰ ਹੈ ਜਾਈਏ ਭਾਰ। ਕਹਿੰਦੇ ਦੂਰ ਭੱਜੋ, ਬਸ ਕਾਰੋ ਪਰਸੀਏ ਤੋ ਕੱਛ ਲਾਗੈ ਦਾਗ। ਕਹਿੰਦੇ ਮਾੜੇ ਬੰਦੇ ਤੈਨੂੰ ਵੀ ਦਾਗੀ ਕਰਕੇ ਜਾਣਗੇ। ਜੇ ਇੱਕ ਸੇਬ ਖਰਾਬ ਹੈ ਨਾ, ਉਹਨਾਂ
ਜਿਹੜੀਆਂ ਸੇਬਾਂ 'ਚ ਰੱਖਦੇ ਹੋ ਉਹ ਸਾਰਿਆਂ ਨੂੰ ਖਰਾਬ ਕਰ ਦਿੰਦਾ ਹੈ, ਸਾਰਿਆਂ ਨੂੰ ਖਰਾਬ ਕਰ ਦਿੰਦਾ ਹੈ। ਅਸੀਂ ਮਾੜਿਆਂ ਤੋਂ ਆਪਣੇ ਆਪ ਨੂੰ ਬਚਾ ਕੇ, ਮਾੜੇ ਚਾਹੇ ਲੋਕ ਹੋਣ, ਚਾਹੇ ਮਾੜੇ ਸਾਡੇ ਵਿਕਾਰ ਹੋਣ, ਅਸੀਂ ਆਪਣੇ ਵਿਕਾਰਾਂ ਤੋਂ ਵੀ ਵਿਚਾਰ ਕਰਨਾ ਹੈ। ਇਕੱਲਾ ਇਹ ਨਹੀਂ ਵੀ ਲੋਕਾਂ ਦੇ ਦੂਰ ਭੱਜਣਾ ਹੈ। ਜਿਹੜੇ ਮਾੜੇ ਨੇ ਉਹਨਾਂ ਤੇ ਗੁਰੂ ਸਾਹਿਬ ਕਹਿੰਦੇ ਫਿਰ ਵੀ ਕਦੇ ਕਦੇ ਨਵੇਂ ਲਾ ਕੇ ਸਮਝਾਉਣ ਦਾ ਯਤਨ ਵੀ ਕਰਨਾ ਹੈ, ਪਰ ਜਿਹੜੇ ਤੇਰੇ ਅੰਦਰ ਨੇ ਮਾੜੇ ਉਹਨਾਂ ਤੋਂ ਹਮੇਸ਼ਾ ਹੀ ਦੂਰ ਰਹਿਣਾ, ਉਹਨਾਂ ਤੋਂ ਹਮੇਸ਼ਾ ਹੀ ਦੂਰ ਰਹਿਣਾ। ਆਓ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰੇ। ਬੋਲਦਿਆਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਮਾਫ ਕਰ ਦਿਓ। ਆਓ ਆਨੰਦ ਸਾਹਿਬ ਦਾ ਪਾਠ, ਫਿਰ ਅਰਦਾਸ, ਹੁਕਮਨਾਮਾ ਸਾਹਿਬ, ਫਿਰ ਚੱਲਦੀਆਂ ਕੋਪਨ ਕਰਾਂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੇ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸਿੱਧੇ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣਿਆ। ਸ਼ਬਦੋ ਤਾਂ ਕਾਬੂ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦੋ ਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ। ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਗਿਆਨਾਈ ਘਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ ਜਿਤੇ ਸੋ ਪਾਵੈ। ਸਦਾ ਸਿਫਤ ਸਲਾਹ ਤੇਰੇ ਨਾਮ ਮਨ ਵਸਾਵੈ। ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਗਿਆਨਾਈ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ। ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਮਿਟੋ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸੰਤ ਧਰੋ ਪਿਆਰੋ। ਸੱਚਾ ਨਾਮ ਮੇਰਾ ਆਧਾਰ। ਬਾਜੇ ਪੰਜ ਸ਼ਬਦ ਤਿਤ ਕਰ ਸੁਭਾਗ। ਕਰ ਸੁਭਾਗ ਸ਼ਬਦ ਬਾਜੇ ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰੇ। ਤੁਰ ਕਰਮ ਪਾਇਆ ਤੁਧ ਜਨ ਕਉ ਸਿਨਾ ਮਾਰ ਕੈ ਲਾਗੇ। ਕਹਿ ਨਾਨਕ ਤੈਸ ਕੋਆ ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਬਾਡੇ ਭਾਗੀ ਹੋ। ਪਾਰ ਬ੍ਰਹਮ ਬਲ ਪਾਇਆ। ਦੁਖ ਰੋਗ ਸੰਤਾਪ ਤਰੇ। ਸੰਤ ਸਾਧਨ ਭਏ ਸਰਸੇ। ਸੁਣਤੇ ਪੁਨੀਤ ਕਹਤੇ ਪਵਿੱਤ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਸੁਣਤੇ ਪੁਨੀਤ ਕਹਤੇ ਪਵਿੱਤ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਬਾਜੇ ਅਨਹਦ ਤੋਰੇ ਸਲੋਕ। ਪਵਨ ਗੁਰੂ ਪਾਣੀ ਪਿਤਾ। ਦਿਵਸ ਰਾਤ ਦੁਇ ਦਾਈ ਦਾਇਆ। ਚੰਗਿਆਈਆਂ ਬੁਰਿਆਈਆਂ।
ਕਰਮੀ ਆਪੋ ਆਪਣੀ ਜਿਨੀ ਨਾਮ ਧਿਆਇਆ, ਨਾਨਕ ਦੇਵ ਫਿਰਦਲੇ ਜਿਨੀ ਨਾਮ ਧਿਆਇਆ, ਨਾਨਕ ਦੇਵ ਫਿਰਦਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਕਰੀ ਤੁਮਰੈ ਸੂਤਰ ਧਾਰੇ, ਤੁਮ ਤੇ ਹੋਏ ਸੋ ਆਗਿਆਕਾਰੇ। ਤੁਮਰੀ ਗਤ ਵਿਦ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ ਪਿਆਰਿਆ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨ ਜਾਣੈ ਮੇਰਾ ਵਾਹਿਗੁਰੂ। ਬੋਲਣਾ ਦੇ ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ। ਤਿੰਨੇ ਤਾਪ ਨਿਵਾਰਨ ਹਾਰਾ, ਦੁਖੰਤਾ ਸੁਖ ਰਾਸ। ਤਾਕੋ ਵਿਗਨ ਨ ਕੋ ਲਾਗੈ, ਜਾਂ ਕੀ ਪ੍ਰਭ ਆਖੈ ਅਰਦਾਸ। ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸਾ ਹੋਏ ਸਹਾਇ। ਅਰਜਨ ਹਰਿਗੋਬਿੰਦ ਨਾਮ ਸਿਮਰੋ, ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਤਿਸ ਡਿਠੇ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਐ ਘਰ, ਨਾਨਕ ਆਵੈ ਧਾਰੇ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਸ੍ਰੀ ਵਾਹਿਗੁਰੂ। ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਸਾਜ ਕੇ ਨਿਵਾਜੇ ਪੰਜ ਪਿਆਰੇ। ਚਾਰ ਸਾਹਿਬਜ਼ਾਦੇ, 40 ਮੁਕਤੀਆਂ, ਹੱਠੀਆਂ ਜਪੀਆਂ ਤਪੀਆਂ। ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਨਾਮ ਜਪਿਆ, ਵੰਡ ਕੇ ਛਕਿਆ। ਦੇਗ ਜਲਾਈ ਤੇਗ ਵਾਏ, ਦੇਖ ਸੁਣ ਕੇ ਅਣਡਿੱਠ ਕੀਤਾ। ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਾ ਜੀ ਸ੍ਰੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ, ਬੰਦ ਕਟਵਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਵਾਏ ਗਏ। ਉਬਲਦੀਆਂ ਦੇਗਾਂ ਵਿੱਚ ਵਾਲੇ ਖਾਧੇ, ਉੱਠੀਆਂ ਖੱਲਾਂ ਲੋਹਾਈਆਂ। ਮਾਸੂਮ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ। ਤਿੰਨਾਂ ਦੇ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਸ੍ਰੀ ਵਾਹਿਗੁਰੂ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।
खालसा जी को वाहेगुरु वाहेगुरु वाहेगुरु। चित आवे चित आवन का सदका सर्व सुख होवे। जहाँ जहाँ गुरु खालसा जी साहिब तहाँ तहाँ रखिया रियायत। देग तेग फतेह बिरद की पैज पंथ की जीत श्री साहिब जी सहाय। गुरु खालसा जी के बोल बाटे बोलो जे श्री वाहेगुरु। सिखा दो सिखी दान केस दान रहत दान विवेक दान विसावो दान भरोसा दान दाना सरदान नाम दान श्री अमृतसर साहिब दे दर्शन इशनान। चौकियां झंडे गूंगे जुग जुग टल धर्म का जयकार। गुरु खालसा जी के बोल बाटे बोलो जे श्री वाहेगुरु। सिखा दा मन नीवा मत उच्चे मत पत की राखे आवे गुरु हे काल पुरख। अपने पंथ दे सदा सहाय दातार जियो। श्री ननकाना साहिब तो लैके होर गुरुद्वारे गुरु धामां दे जिन्हां तो पंथ नूं विछोड़िया गया है जी खुले दर्शन दीदार। सेवा संभाल दा दान प्यारे खालसा जी नूं बख्शो। हे निमाणियां दे माण निताणियां दे ताण निउटियां दी ओट निआसरियां दे आसरे। धन धन साहिब श्री गुरु ग्रंथ साहिब महाराज जीओ। आप जी दे चरण कमलों विच अरदास बेनती। आप जी ने अपार बख्शिश कीते संगतां नूं अंमृत वेले तो खुले दर्शन दिदारे बख्शे ने जे। संगतां दी दिल फुल भेटा प्रवान करनी दे। संगतां दे चले हुए कदम लेखे विच लाउणे सच्चे पातशाह जीओ। जिस भावना नूं लैके संगतां आप जी दे दर ते पहुंचदियां ने सो भावनावां संबोधन करनियां ने। अंमृत वेले दे नितनेम जी की अरदास भुल चुक मुआफ करनी। गुरसिख पढ़दे सुणदे सरबत लाहे बंद होवण। नानक नाम चढ़दी कला तेरे भाणे सरबत दा भला। वाहिगुरु जी का खालसा वाहिगुरु जी की फतेह। दोहरा आज्ञा भई अकाल के सब सिखन को हुक्म है। गुरु ग्रंथ जी मानियो जो प्रभु को मिलबूझ है। राज करेगा खालसा ख्वार हुए सब मिलेंगे। वाहिगुरु नाम जहाज है जो शरदा कर सेवदे। जो शरदा कर सेवदे बोले सोनिया। वाहिगुरु जी का खालसा वाहिगुरु जी की फतेह। सतनाम
ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਧ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੈ ਮੇਰਾ। ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਾਨਾ। ਮੋਹ ਕਾਲੇ ਤਿਨਾ ਨਿੰਦਕਾਂ, ਨਰਕੇ ਘੋਰ ਭਵੰਨਾ। ਸੋ ਕਹੋ ਤਨ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਨਰਕ ਪਰਸਨ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਲ ਕੇ ਭੇਦ ਪਵਨ ਕਾ ਥੰਬਾ, ਰਕਤ ਕੁੰਦ ਕਾ ਗਾਰਾ। ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਵਸੈ ਵਿਚਾਰਾ। ਜਲ ਕੇ ਭੇਦ ਪਵਨ ਕਾ ਥੰਬਾ, ਰਕਤ ਕੁੰਦ ਕਾ ਗਾਰਾ। ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਵਸੈ ਵਿਚਾਰਾ। ਪ੍ਰਾਨੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਰਾਖੋ ਕੰਧ ਉਸਾਰੋ ਨੀਵਾ, ਸਾਡੇ ਦੀਨ ਆਪ ਤੇਰੀ ਸੀਵਾ। ਬੰਕੇ ਬਾਲ ਬਾਗ ਸਿਰ ਡੇਰੇ, ਇਹੋ ਤਨ ਹੋਏ ਕੋ ਭਸਮ ਕੀ ਢੇਰੇ। ਉੱਚੇ ਮੰਦਰ ਸੁੰਦਰ ਨਾਰੇ, ਰਾਮ ਨਾਮ ਬਿਨ ਬਾਜੇ ਹਾਰੇ। ਮੇਰੀ ਜਾਤ ਕਮੀਨੀ ਪਾਤ ਕਮੀਨੀ, ਓਛਾ ਜਨਮ ਹਮਾਰਾ। ਤੁਮ ਸ਼ਰਣਾਗਤ ਰਾਜਾ ਰਾਮਚੰਦ, ਕਹਿ ਰਵਿਦਾਸ ਕਮਾਰਾ। ਮੇਰੀ ਜਾਤ ਕਮੀਨੀ ਪਾਤ ਕਮੀਨੀ, ਓਛਾ